ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਸੋਹੀ ਮਹਲਾ ਪੰਜਵਾਂ। ਗੁਰ ਪਰਮੇਸ਼ਰ ਕਰਨਹਾਰ ਸਗਲ ਸ੍ਰਿਸ਼ਟ ਕਉ ਦੇ ਆਧਾਰ। ਗੁਰ ਕੇ ਚਰਨ ਕਮਲ ਮਨ ਧਿਆਇ। ਦੁਖ ਦਰਦ ਇਸ ਤਨ ਤੇ ਜਾਏ ਰਹਾਉ। ਭਵ ਜਲ ਡੂਬਤ ਸਤਿਗੁਰ ਕਾਢੈ। ਜਨਮ ਜਨਮ ਕਾ ਟੂਟਾ ਗੰਢੈ। ਗੁਰ ਕੀ ਸੇਵਾ ਕਰਹੁ ਦਿਨ ਰਾਤ। ਸੁਖ ਸਹਿਜ ਮਨ ਆਵੈ ਸ਼ਾਂਤ। ਸਤਿਗੁਰ ਕੀ ਰੇਣ ਵਡ ਭਾਗੀ ਪਾਵੈ। ਨਾਨਕ ਗੁਰ ਕਉ ਸਦ ਬਲ ਜਾਵੈ। ਸਤਿਗੁਰ ਕੀ ਰੇਣ ਵਡ ਭਾਗੀ ਪਾਵੈ। ਨਾਨਕ ਗੁਰ ਕਉ ਸਦ ਬਲ ਜਾਵੈ। ਪਰਮ ਸਨਮਾਨਯੋਗ ਵਾਹਿਗੁਰੂ ਜੀ ਦੀ ਸਾਚੀ ਸਵਾਰੀ। ਗੁਰੂ ਜੀ ਦਾ ਖਾਸ ਰੂਪ ਗੁਰੂ ਰੂਪ ਖਾਲਸਾ ਸਤਿ ਸੰਗਤ ਜੀਓ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ। ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਜੀ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ। ਜਿਸ ਪਾਵਨ ਸ਼ਬਦ ਦੀ ਵਿਚਾਰ
ਅੱਜ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਰਾਗ ਸੂਹੀ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ 4 ਪਦਿਆਂ ਦਾ ਸ਼ਬਦ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 741 ਤੇ ਸਬਾਇਮਾਨ ਹੈ। ਦੋ ਸ਼ਬਦਾਂ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਪਹਿਲੇ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਗੁਰ ਪਰਮੇਸ਼ਰ ਕਰਨਹਾਰ। ਗੁਰੂ ਪਰਮੇਸ਼ਰ ਦਾ ਰੂਪ ਹੈ। ਸਭ ਕੁਝ ਗੁਰੂ ਕਰ ਸਕਦਾ ਹੈ। ਗੁਰ ਪਰਮੇਸ਼ਰ ਦਾ ਅਰਥ ਹੈ ਕਿ ਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਕਰਨਹਾਰ ਦਾ ਭਾਵ ਹੈ ਕਿ ਗੁਰੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਬਾਣੀ ਸਤਿਗੁਰੂ ਮਹਾਰਾਜ ਕਹਿੰਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਟ ਅਵਰ ਨਾ ਕੋਇ। ਅਸੀਂ ਬਾਣੀ ਨੂੰ ਗੁਰੂ ਮੰਨਦੇ ਹਾਂ। ਮਹਾਰਾਜ ਕਹਿੰਦੇ ਬਾਣੀ ਨਿਰੰਕਾਰ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਸੀਂ ਬਾਣੀ ਨੂੰ ਆਪਣਾ ਗੁਰੂ ਮੰਨਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਬਾਣੀ ਨਿਰੰਕਾਰ ਦਾ ਹੀ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ। ਹੇ ਭਾਈ, ਗੁਰੂ ਨੂੰ ਤੇ ਪਰਮੇਸ਼ਰ ਨੂੰ ਇੱਕੋ ਜਿਹਾ ਹੀ ਜਾਣ। ਜਿਹੜੀ ਕਲਾ ਪਰਮਾਤਮਾ ਵਿੱਚ ਹੈ, ਉਹੀ ਕਲਾ ਗੁਰੂ ਵਿੱਚ ਹੈ। ਪਰਮੇਸ਼ਰ ਦਾ ਰੂਪ ਗੁਰੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰ ਪਰਮੇਸ਼ਰ ਕਰਨਹਾਰ। ਸਗਲ ਸ੍ਰਿਸ਼ਟ ਕਉ ਦੇ ਆਧਾਰ। ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਜਿਹੜਾ ਹੈ ਉਹ ਗੁਰੂ ਦਿੰਦਾ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਦਾ ਨਾਮ, ਅਰਥ, ਪਰਮਾਤਮਾ ਵਾਲੇ ਗੁਣ, ਇਹ ਕੇਵਲ ਗੁਰੂ ਕੋਲੋਂ ਹੀ ਪਤਾ ਲੱਗਦੇ ਨੇ। ਗੁਰੂ ਹੀ ਦੱਸਦਾ ਹੈ ਕਿ ਪ੍ਰਮਾਤਮਾ ਨਿਰਭਉ ਹੈ। ਗੁਰੂ ਨੇ ਦੱਸਿਆ ਪ੍ਰਮਾਤਮਾ ਨਿਰਵੈਰ ਹੈ। ਗੁਰੂ ਨੇ ਦੱਸਿਆ ਪ੍ਰਮਾਤਮਾ ਇੱਕ ਹੈ। ਗੁਰੂ ਨੇ ਦੱਸਿਆ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਮੌਜੂਦ ਹੈ। ਉਹ ਘਟ ਘਟ ਵਿੱਚ ਰਹਿੰਦਾ ਹੈ। ਸਭ ਕੁਝ ਉਹ ਕਰਨ ਵਾਲਾ ਹੈ। ਪ੍ਰਮਾਤਮਾ ਵਾਲੇ ਸਾਰੇ ਗੁਣ ਜਿਹੜੇ ਨੇ ਉਹ ਗੁਰੂ ਕੋਲੋਂ ਪਤਾ ਲੱਗਦਾ ਹੈ। ਗੁਰੂ ਹੀ ਪ੍ਰਮਾਤਮਾ ਦੇ ਨਾਮ ਦਾ ਆਸਰਾ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਹੈ, ਗੁਰੂ ਦਾ ਉਹ ਮੰਤਰ ਹੈ। ਸਾਡੇ ਤੇ ਬਖਸ਼ਿਸ਼ ਕਰਕੇ ਪ੍ਰਮਾਤਮਾ ਦੇ ਨਾਮ ਦਾ ਮੰਤਰ ਗੁਰੂ ਦਿੰਦਾ ਹੈ ਸਾਨੂੰ। ਭਾਈ ਗੁਰਦਾਸ ਜੀ ਨੇ ਆਖਿਆ, ਵਾਹਿਗੁਰੂ ਗੁਰ ਮੰਤਰ ਹੈ। ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੈ, ਗੁਰੂ ਦਾ ਮੰਤਰ। ਤੇ ਗੁਰੂ ਜੀ ਸਾਨੂੰ ਜਪਣ ਵਾਸਤੇ ਇੱਕ ਮੰਤਰ ਦਿੰਦੇ ਨੇ, ਉਹ ਪ੍ਰਮਾਤਮਾ ਦਾ ਨਾਮ, ਜਿਹੜਾ ਸਾਡੇ ਜੀਵਨ ਦਾ ਆਸਰਾ ਬਣ ਜਾਂਦਾ ਹੈ। ਪ੍ਰਮਾਤਮਾ ਦਾ ਨਾਮ ਸਾਡੇ ਜੀਵਨ ਨੂੰ ਸਹਾਰਾ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਸਾਡੀ ਆਤਮਾ ਨੂੰ ਤਾਕਤ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਸਾਡੀ ਆਤਮਾ ਦੀ ਖੁਰਾਕ ਹੈ।
परमात्मा का नाम मन वास्ते मजबूती है। यही कह लो मन वास्ते ताकत की दवाई परमात्मा का नाम है। मन ताकतवर परमात्मा का नाम जप के हुंदा है। ये परमात्मा का नाम गुरु कोलों प्राप्त हुंदा है। इस करके गुरु अर्जन साहब महाराज कृपा करते ने। महाराज कहते सगल सृष्ट को दे आधार। गुरु ही सारी सृष्टि नूं परमात्मा दे नाम का आसरा दिंदा है। गुर के चरण कमल मन ध्याए। गुरु पातशाह महाराज कृपा करते ने अपने मन नूं संबोधन करके, मेरिया मना जिहड़ा गुरु सारी सृष्टि नूं परमात्मा दे नाम का आसरा दिंदा है, जिहड़ा गुरु परमात्मा का रूप है, जिहड़ा गुरु सारे काम करन दे समर्थ है, उस गुरु दे सोहणे चरण कमलां नूं अपने मन विच, हे मन उस परमात्मा दी वाहिगुरु गुरु दी याद नूं ध्या। पर गुरु नूं याद कर, गुरु दे ज्ञान नूं अपने अंदर वसा। हे मेरे मना गुर के चरण कमल मन ध्याए। हे मेरे मना ध्यान जोड़ गुरु दे सोहने चरण कमल च। हुण गुरु कौन है जी? अपना गुरु है शब्द। शब्द गुरु सुरत धुन चेला। अपना गुरु है सतगुरु महाराज जी की पावन अमृतमयी बाणी। बाणी गुरु, गुरु है बाणी। ते फिर गुरु बाणी है ते बाणी के चरण किहड़े ने? गुरबाणी का ज्ञान गुरु दे चरण है। चरण वसाउणे किथे आ? हिरदे च। किसी दे पैर चक के हिरदे च रखे जा सकते हैं। इस करके गुरबाणी दे शब्दां दे गुरमुखों भाव अर्थ हुंदे ने। जे इहदे सीधे अर्थ करिए कि भी गुरु दे चरण चक के हिरदे च वसा लईए। हुण गुरु एक है ते गुरु दे चरण भी तां एक ही होवणगे ना। ते वो एक बंदा चरण चक के अपने हिरदे च रख लेगा ते दूजे की करनगे? इसे तो सारियां नूं होका दिता महाराज ने कि सारियां ने गुरु दे सोहणे कमल वर्गे चरण अपने हिरदे च वसाउणे आ। पर जिहड़ा गुरु दा ज्ञान है वो एक नहीं, वो सारियां वास्ते साझा है। गुरु दा ज्ञान इक्को वारी सारे ही ले सकते हैं। भावें कोई लख बंदा बैठा होवे, इक्को वारी लख बंदा गुरु दा ज्ञान प्राप्त कर सकता है। गुरु की बाणी का ज्ञान गुरु जी दे सोहणे चरण ने। सोहना ज्ञान सोहणे चरण। हे मेरे मना गुरु दे चरण कमल अपने अंदर वसा। ध्यान जोड़ गुरु दे चरण कमलों च। भाव की बाणी के ज्ञान विच सुरत जोड़ मेरे मना। गुर के चरण कमल मन ध्याए। इहदे नाल की होवेगा? दुख दर्द इस तन ते गए। जदों गुरु की बाणी का ज्ञान हिरदे च वसिया, उदों सारे दुख दर्द कलेश झगड़े जिहड़े ने वो मुक जाते हैं। जिहड़ा बंदा बाणी पढ़दा है ना, उहदे अंदर निमरता बहुत है। ना वो किसी नाल लड़दा हुंदा, ते जे उहदे नाल कोई लड़ना आवे ते उहदे नाल नहीं लड़दा, उहदे च निमरता बड़ी है। गुरु दे सिख नूं सतगुरु महाराज ने अपने सिख नूं शक्ति बहुत दिती है। पहला सिख निमरता रखदा है। जे कोई बहुत ही घर ही आ जाए चढ़ के, ते फिर गुरु दा सिख हथियार भी चक लैंदा है। पहला लड़न नहीं जाता किसी नाल। इस
ਸਮਰੱਥਾ ਗੱਲ ਸਹਾਰਨ ਦੀ ਵੀ ਹੈ, ਕਿਉਂਕਿ ਬਾਬਾ ਫਰੀਦ ਜੀ ਨੇ ਸਿਖਾਇਆ ਹੈ ਕਿ ਰੱਬ ਕਿਸ ਬੰਦੇ ਤੇ ਖੁਸ਼ ਹੁੰਦਾ ਹੈ? ਜਿਹੜੇ ਬੰਦੇ ਦੇ ਕੋਲ ਨਿਮਰਤਾ ਹੈ, ਜਿਹੜਾ ਬੰਦਾ ਕਿਸੇ ਦੇ ਖਿਲਾਫ ਕੋਈ ਗੱਲ ਨਾ ਕਰੇ, ਕਿਸੇ ਦਾ ਹਿਰਦਾ ਨਾ ਦੁਖਾਵੇ। ਫਰੀਦਾ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਬੁੱਲੇ ਸ਼ਾਹ ਨੇ ਆਖਿਆ ਵੀ ਜਿਹੜਾ ਕੁਛ ਢੈਂਦਾ ਤੇਰੇ ਤੋਂ ਢਾ ਦੇ, ਬੰਦੇ ਦਾ ਦਿਲ ਨਾ ਢਾਵੀਂ, ਦਿਲ ਵਿੱਚ ਰੱਬ ਰਹਿੰਦਾ ਹੈ। ਕਿਸੇ ਦਾ ਦਿਲ ਨਾ ਦੁਖਾ ਦੇਗੀ, ਕਿਸੇ ਦਾ ਦਿਲ ਨਾ ਦੁਖੀ ਕਰੀ, ਕਿਉਂਕਿ ਉਹ ਦਿਲ ਰੱਬ ਦਾ ਘਰ ਹੈ, ਮੁਕਾਮ ਹੈ। ਆਖਿਆ ਮੰਦਰ ਢਾ ਦੇ, ਮਸਜਿਦ ਢਾ ਦੇ, ਢਾ ਦੇ ਜੋ ਕੁਝ ਢੈਂਦਾ। ਬੋਲਿਆ ਇੱਕ ਬੰਦੇ ਦਾ ਦਿਲ ਨਾ ਢਾਵੀਂ, ਮੇਰਾ ਰੱਬ ਦਿਲਾਂ ਵਿੱਚ ਰਹਿੰਦਾ। ਫਿਰ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਦੇ ਨੇ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਜਿਤ ਵਸ ਆਵੇ ਕੰਤ। ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਮੈਂ ਤਨ ਤੇ ਕਿਹੋ ਜਿਹੇ ਕੱਪੜੇ ਪਾ ਲਾਂ, ਕਿਹੜੇ ਗੁਣਾਂ ਨੂੰ ਧਾਰਨ ਕਰਾਂ, ਇਹੋ ਜਿਹਾ ਅੱਖਰ ਬੋਲਾਂ ਜਿਹਦੇ ਨਾਲ ਰੱਬ ਮੇਰੇ ਵਸ ਵਿੱਚ ਆ ਜਾਏ, ਮੇਰਾ ਕੰਤ ਮੇਰੇ ਵਸ ਵਿੱਚ ਆ ਜਾਏ। ਤੇ ਬਾਬਾ ਫਰੀਦ ਸਾਹਿਬ ਜੀ ਨੇ ਅਗਲੇ ਸ਼ਲੋਕ ਵਿੱਚ ਕਿਰਪਾ ਕੀਤੀ ਹੈ। ਨਿਵਣ ਸੋ ਅੱਖਰ, ਅੱਖਰ ਇਹੀ ਹੈ ਕਿ ਬਸ ਤੇਰੇ ਅੰਦਰ ਨਿਮਰਤਾ ਹੋਵੇ। ਖਵਣ ਗੁਣ, ਕਿਸੇ ਦੀ ਗੱਲ ਕਿਸੇ ਨੇ ਕਹੀ ਤੇ ਤੂੰ ਲੋਹਾ ਲਾਖਾ ਨਾ ਹੋ ਜਾਈ, ਕਿਸੇ ਦੀ ਗੱਲ ਸੁਹਾਰਨ ਵਾਲਾ ਵੀ ਹੋਵੇ। ਨਿਵਣ ਸੋ ਅੱਖਰ ਖਵਣ, ਖਵਣ ਭਾਵ ਸੁਹਾਰਨ। ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਜੀਵ ਨਾਲ ਬਿਠਾ ਬੋਲਣਾ ਹੈ, ਜਿਹਵਾ ਮਣੀਆਂ ਮੰਤ। ਇਹੀ ਮੰਤਰ ਹੈ। ਇਸ ਕਰਕੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਗਿਆਨ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਦੁੱਖ ਦਰਦ ਇਸ ਤਨ ਤੇ ਜਾਏ। ਉਹਦੇ ਤਨ ਵਿੱਚੋਂ ਕਲੇਸ਼, ਝਗੜੇ, ਚਿੰਤਾ, ਫਿਕਰ, ਝੋਰਾ, ਦੁੱਖ, ਦਰਦ ਸਾਰੇ ਹੀ ਖਤਮ ਹੋ ਜਾਂਦੇ ਨੇ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਇੱਕ ਸ਼ਬਦ ਆਪਾਂ ਹੁਕਮਨਾਮੇ ਦੇ ਰੂਪ ਵਿੱਚ ਪੜ੍ਹਦੇ ਹੁੰਦੇ ਆ। ਮਹਾਰਾਜ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਜਿਹੜਾ ਮਨੁੱਖ ਪਰਮਾਤਮਾ ਨੂੰ ਚੇਤੇ ਕਰਦਾ ਹੈ ਨਾ, ਜਿਸ ਮਨੁੱਖ ਦੇ ਕੋਲੇ ਗੁਰੂ ਦੀ ਬਾਣੀ ਦਾ ਗਿਆਨ ਹੈਗਾ ਹੈ, ਪਰਮਾਤਮਾ ਉਹਦੇ ਤੇ ਰੀਝਦਾ ਹੈ, ਪ੍ਰਸੰਨ ਹੁੰਦਾ ਹੈ। ਉਸ ਮਨੁੱਖ ਦੇ ਜ਼ਿੰਦਗੀ 'ਚ ਆਉਣ ਵਾਲੇ ਜਿਹੜੇ ਦੁੱਖ ਕਲੇਸ਼ ਨੇ ਨਾ, ਉਹਨਾਂ ਰਸਤਿਆਂ ਨੂੰ ਪਰਮਾਤਮਾ ਬੰਦ ਕਰ ਦਿੰਦਾ ਹੈ। ਜਿਨ੍ਹਾਂ ਰਸਤਿਆਂ ਤੋਂ ਦੁੱਖ ਤੇ ਰੋਗ ਆਉਂਦੇ ਸੀ, ਜਿਵੇਂ ਆਪਣੇ ਪੰਜਾਬ ਨੂੰ ਲੁੱਟਣ ਵਾਸਤੇ ਪਠਾਨ ਲੋਕ ਆਉਂਦੇ ਸੀ ਨਾ, ਉਹ ਆਉਂਦੇ ਸੀ ਇੱਥੋਂ ਲੁੱਟ ਕੇ ਆਪਾਂ ਨੂੰ ਲੈ ਕੇ ਡੰਡੀ ਪੈਂਦੇ ਸੀ ਅਗਲੇ। ਪਰ ਜਦੋਂ ਸਰਦਾਰ ਹਰੀ ਸਿੰਘ ਨਲਵਾ ਆਇਆ, ਉਹਨੇ ਜਾ ਕੇ ਕਿਲ੍ਹਾ ਹੀ ਉੱਥੇ ਬਣਾਇਆ ਜਿਹੜੇ ਰਸਤਿਓਂ ਉਹ ਪਠਾਨ ਆਉਂਦੇ ਸੀ ਸਾਨੂੰ ਲੁੱਟਣ ਵਾਸਤੇ। ਉਹ ਪਠਾਨ ਸਾਡਾ ਮਾਲ, ਸਵਾਬ, ਇੱਜ਼ਤ ਸਭ ਕੁਝ ਲੁੱਟ ਕੇ ਲੈ ਜਾਂਦੇ ਸੀ। ਤੇ ਆਉਂਦੇ ਸੀ ਉਹ ਦਰਾ ਖੈਬਰ ਦੇ ਰਸਤਿਓਂ, ਤੇ ਸਰਦਾਰ ਹਰੀ ਸਿੰਘ ਨਲਵੇ ਨੇ ਕਿਲ੍ਹਾ ਹੀ ਉੱਥੇ ਦਰਾ ਖੈਬਰ ਦੇ ਰਸਤੇ ਤੇ ਜਾ ਕੇ ਬਣਾਇਆ। ਤੇ ਜਿੱਥੇ ਪਠਾਣਾਂ ਦੇ ਛੱਕੇ ਛਡਾਏ,
ਉੱਥੇ ਸਰਦਾਰ ਹਰੀ ਸਿੰਘ ਨਲਵੇ ਨੇ ਉਹ ਰਸਤਾ ਵੀ ਬੰਦ ਕੀਤਾ, ਦਰਾ ਖੈਬਰ, ਜਿੱਥੋਂ ਉਹ ਪਠਾਨ ਆਉਂਦੇ ਸੀ, ਜਿਹੜੇ ਰਸਤੇ ਸਾਡੇ ਚ ਐਂਟਰ ਹੁੰਦੇ ਸੀ, ਜਿੱਥੋਂ ਉਹ ਰਸਤਾ ਹੀ ਬੰਦ ਕੀਤਾ। ਜਦੋਂ ਗੁਰੂ ਦਾ ਸਿੱਖ ਐਸੇ ਭਿਆਨਕ ਰਸਤਿਆਂ ਨੂੰ, ਬਹੁਤ ਖਤਰਨਾਕ ਰਸਤਾ ਸੀ ਉਹ, ਜਦੋਂ ਗੁਰੂ ਦੇ ਸਿੱਖ ਐਸੇ ਖਤਰਨਾਕ ਭਿਆਨਕ ਰਸਤਿਆਂ ਨੂੰ ਬੰਦ ਕਰ ਸਕਦਾ ਹੈ, ਇਹ ਪ੍ਰਮਾਤਮਾ ਗੁਰੂ, ਉਹ ਤਾਂ ਸਾਡੇ ਜੀਵਨ ਕਾਲ ਵਿੱਚ ਆਉਣ ਵਾਲੇ ਵਿਕਾਰ, ਦੁੱਖ, ਦਰਦ, ਉਹਨਾਂ ਰਸਤਿਆਂ ਨੂੰ ਬੰਦ ਕਰ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਬੰਨਾ ਦਾ ਅਰਥ ਹੈ ਬੰਨ ਮਾਰ ਦੇਣਾ, ਰਸਤਾ ਬੰਦ ਕਰ ਦੇਣਾ। ਪਰਮਾਤਮਾ ਨੇ ਉਹ ਰਸਤਾ ਬੰਦ ਕੀਤਾ ਜਿਹੜੇ ਰਸਤਿਓਂ ਸਿੱਖ ਦੇ ਜੀਵਨ ਵਿੱਚ ਦਰਦ, ਦੁੱਖ, ਕਲੇਸ਼, ਝਗੜੇ, ਫਿਕਰ, ਚਿੰਤਾ, ਝੋਰਾ, ਇਹ ਜਿਹੜੇ ਰਸਤਿਓਂ ਆਉਂਦੇ ਸੀ, ਉਹ ਵਿਕਾਰਾਂ ਵਾਲਾ ਰਸਤਾ ਹੀ ਬੰਦ ਕਰਤਾ। ਹੁਣ ਰਸਤਾ ਤਾਂ ਬੰਦ ਕਰਤਾ ਵੀ ਨਵੇਂ ਨਹੀਂ ਆਉਣਗੇ, ਪਰ ਪਹਿਲਾਂ ਆਏ ਬੈਠੇ ਜਿਹੜੇ, ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਦੁੱਖ ਰੋਗ ਕਾ ਡੇਰਾ ਭੰਨਾ। ਜਿਹੜੇ ਪਹਿਲਾਂ ਅੰਦਰ ਬੈਠੇ ਸੀ ਨਾ, ਘਰ ਬਣਾ ਕੇ, ਡੇਰਾ ਬਣਾ ਕੇ, ਪਰਮਾਤਮਾ ਨੇ ਉਹਨਾਂ ਦਾ ਘਰ ਅੰਦਰੋਂ ਹਿਰਦੇ ਚੋਂ ਵੀ ਢਾਤਾ। ਮਾਲਕ ਆਪ ਹਿਰਦੇ ਚ ਬਹਿ ਗਿਆ। ਜਿੱਥੇ ਪਰਮਾਤਮਾ ਬਹਿ ਜੇ ਉੱਥੇ ਵਿਕਾਰ ਨਹੀਂ ਖੜਦੇ। ਜਿੱਥੇ ਪ੍ਰਮਾਤਮਾ ਪ੍ਰਗਟ ਹੋ ਗਿਆ ਗੁਰਮੁਖ, ਉੱਥੇ ਦੁੱਖ, ਦਰਦ, ਫਿਕਰ, ਚਿੰਤਾ, ਝੋਰੇ ਨਹੀਂ ਰਹਿੰਦੇ। ਉੱਥੇ ਤਾਂ ਕੇਵਲ ਖੁਸ਼ੀਆਂ, ਉੱਥੇ ਮੰਗਲ, ਉੱਥੇ ਆਨੰਦ ਹੁੰਦਾ ਹੈ। ਜਿਸ ਹਿਰਦੇ ਚ ਪ੍ਰਮਾਤਮਾ ਪ੍ਰਗਟ ਬੈਠਾ ਹੈ, ਉਸ ਹਿਰਦੇ ਚ ਖੁਸ਼ੀਆਂ ਹੋ ਸਕਦੀਆਂ, ਆਨੰਦ ਹੋ ਸਕਦੇ ਨੇ, ਮੰਗਲ ਖੇੜਾ ਹੋ ਸਕਦਾ ਹੈ। ਉਸ ਹਿਰਦੇ ਦੇ ਅੰਦਰ ਫਿਕਰ, ਚਿੰਤਾ, ਝੋਰਾ, ਦਰਦ, ਦੁੱਖ ਨਹੀਂ ਹੋ ਸਕਦੇ। ਪਰਮਾਤਮਾ ਨੇ ਦੁੱਖਾਂ ਰੋਗਾਂ ਦਾ ਡੇਰਾ ਹੀ ਭੰਨ ਕੇ ਰੱਖਤਾ, ਘਰ ਹੀ ਢਾਤਾ ਉਹਨਾਂ ਦਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰ ਹੈ ਨਰ ਨਾਰੀ। ਜਿਸ ਹਿਰਦੇ ਚ ਪ੍ਰਮਾਤਮਾ ਪ੍ਰਗਟ ਹੋ ਗਿਆ, ਦੁੱਖਾਂ ਰੋਗਾਂ ਦਾ ਘਰ ਢਾਤਾ। ਜਿਹਦੇ ਜੀਵਨ ਕਾਲ ਚ ਆਉਣ ਵਾਲੇ ਦੁੱਖ, ਫਿਕਰ, ਚਿੰਤਾ, ਝੋਰੇ, ਉਸ ਰਸਤੇ ਨੂੰ ਬੰਦ ਕੀਤਾ ਹੈ। ਉਹ ਭਾਵੇਂ ਇਸਤਰੀ ਹੈ, ਭਾਵੇਂ ਪੁਰਸ਼ ਹੈ, ਉਹ ਫਿਰ ਆਨੰਦ ਵਿੱਚ ਰਹਿੰਦੇ ਨੇ। ਆਨੰਦ ਕਰ ਹੈ ਨਰ ਨਾਰੀ। ਉਹ ਇਸਤਰੀ ਪੁਰਸ਼ ਆਨੰਦ ਵਿੱਚ ਰਹਿੰਦੇ ਨੇ। ਆਨੰਦ ਖਰਾਬ ਦੁੱਖਾਂ ਕਰਕੇ ਹੁੰਦਾ ਨਾ, ਫਿਕਰਾਂ ਕਰਕੇ, ਚਿੰਤਾ ਕਰਕੇ ਆਨੰਦ ਖਰਾਬ ਹੋ ਜਾਂਦਾ। ਪਰ ਜਿਹਦੇ ਜੀਵਨ ਕਾਲ ਵਿੱਚ ਚਿੰਤਾ ਨਹੀਂ, ਫਿਕਰ ਨਹੀਂ, ਝੋਰਾ ਨਹੀਂ, ਦੁੱਖ ਨਹੀਂ, ਦਰਦ ਨਹੀਂ, ਉਹਦਾ ਆਨੰਦ ਖਰਾਬ ਨਹੀਂ ਹੁੰਦਾ। ਉਹ ਤਾਂ ਫਿਰ ਆਨੰਦ ਸਦਾ ਲਈ ਟਿਕ ਜਾਂਦਾ ਹੈ। ਹਰ ਹਰ ਪ੍ਰਭ ਕਿਰਪਾ ਧਾਰੀ। ਇਹ ਸਾਰੀ ਕਿਰਪਾ ਹਰੀ ਪ੍ਰਭੂ ਜੀ ਆਪ ਕਰਦੇ ਨੇ। ਇਹੋ ਜੀ ਕਿਰਪਾ ਕੋਈ ਦੂਜਾ ਹੋਰ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੇਰਿਆ ਮਨਾ ਉਸ ਗੁਰੂ ਦੇ ਸੋਹਣੇ ਚਰਨ ਕਮਲਾਂ ਨਾਲ ਧਿਆਨ ਜੋੜ। ਗੁਰੂ ਦੇ ਚਰਨ ਕਮਲਾਂ ਨਾਲ ਭਾਵ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਵਸਾ। ਗੁਰ ਕੇ ਚਰਨ ਕਮਲ ਮਨ ਧਿਆਏ, ਜਿਸ ਕਰਕੇ ਦੁੱਖ ਦਰਦ ਇਸ ਤਨ ਤੇ ਜਾਏ। ਇਸ ਤਨ ਦੇ ਅੰਦਰੋਂ ਦੁੱਖ ਤੇ ਦਰਦ ਦੂਰ ਹੋ ਜਾਵਣ। ਰਹਾਉ ਦਾ ਵਿਸ਼ਰਾਮ ਦਿੱਤਾ ਮਹਾਰਾਜ ਅੱਗੇ ਕਿਰਪਾ ਕਰਦੇ ਨੇ। ਭਾਵ ਜਲ ਡੂਬਤ, ਬੰਦਾ ਵਿਕਾਰਾਂ ਚ ਡੁੱਬਦਾ। ਸੰਸਾਰ ਚ ਵਿਕਾਰਾਂ ਕਰਕੇ ਨਾ ਬੰਦਾ ਜਨਮ ਮਰਨ ਦੇ ਗੇੜ ਚ ਫਸ ਜਾਂਦਾ ਹੈ ਤੇ ਇਸ ਸੰਸਾਰ ਸਮੁੰਦਰ ਦੇ ਅੰਦਰ ਬੰਦਾ ਗੋਤੇ ਖਾਂਦਾ ਹੈ। ਕਿਤੇ ਕਿਹੜੀ ਜੂਨ ਲੈ ਕੇ ਆਉਂਦਾ ਹੈ, ਸਰੀਰ ਬਦਲ ਬਦਲ ਕੇ ਇੱਥੇ ਆਉਂਦਾ। ਬੰਦਾ ਮਰਦਾ ਨਹੀਂ ਹੈ। ਅਸੀਂ ਸੋਚਦੇ ਹਾਂ ਵੀ ਸਾਡਾ ਬਾਪੂ ਤਾਂ ਮਰ ਗਿਆ, ਚੜ੍ਹਾਈ ਕਰ ਗਿਆ, ਉਹ ਮਰਿਆ ਨਹੀਂ ਹੈ। ਉਹ ਸੰਸਾਰ ਚ ਅਜੇ ਵੀ ਰਹਿੰਦਾ, ਪਰ ਸਾਨੂੰ ਉਹਦੀ ਹੁਣ ਪਹਿਚਾਣ ਨਹੀਂ ਆਉਣੀ, ਕਿਉਂਕਿ ਅੱਗੇ ਸਾਡੇ ਕੋਲ ਰਹਿੰਦਾ ਸੀ, ਮਨੁੱਖਾ ਸਰੀਰ ਸੀ। ਹੁਣ ਪਤਾ ਨਹੀਂ ਕਿਹੜੇ ਸਰੀਰ ਵਿੱਚ ਬੈਠਾ ਹੈ। ਬਾਪੂ ਮਰਿਆ ਨਹੀਂ ਹੈ, ਬਾਪੂ ਅਜੇ ਵੀ ਜਿਉਂਦਾ ਹੈ। ਕਿਉਂਕਿ ਕਦੇ ਵੀ ਆਤਮਾ ਦੀ ਮੌਤ ਨਹੀਂ ਹੁੰਦੀ। ਇਹ ਆਤਮਾ
ਜਾਂ ਤਾਂ ਸਰੀਰਾਂ 'ਚ ਰਹਿੰਦੀ ਹੈ, ਜਾਂ ਆਤਮਾ ਮਾਲਕ ਦੇ ਚਰਨਾਂ 'ਚ ਲੀਨ ਹੋ ਜਾਂਦੀ ਹੈ। ਆਤਮਾ ਮਰਦੀ ਨਹੀਂ, ਇਹ ਤਾਂ ਸਰੀਰ ਮਰਦਾ, ਮਿੱਟੀ ਦਾ ਬਣਿਆ ਸਰੀਰ। ਆਤਮਾ ਸਰੀਰ ਬਦਲਦੀ ਹੈ, ਕਦੇ ਨਹੀਂ ਮਰੇਗੀ ਆਤਮਾ। ਕੌਣ ਮੂਆ ਰੇ, ਕੌਣ ਮੂਆ। ਸਤਿਗੁਰੂ ਪਾਤਸ਼ਾਹ ਕਹਿੰਦੇ ਦੱਸੋ ਸੰਸਾਰ ਤੇ ਮੌਤ ਕਿਹਦੀ ਹੁੰਦੀ ਹੈ? ਕੋਈ ਨਹੀਂ ਮਰਦਾ, ਮਰਦਾ ਕੋਈ। ਹਾਂ, ਜੋ ਦਿਸਦਾ ਹੈ ਉਹ ਮਰਦਾ ਹੈ, ਸਰੀਰ ਨਾਸ਼ ਹੋ ਜਾਂਦਾ ਹੈ। ਪਰ ਪ੍ਰਮਾਤਮਾ ਆਤਮਾ ਇਕੱਠੇ ਰਹਿੰਦੇ ਨੇ ਸਰੀਰ ਦੇ ਅੰਦਰ। ਕਈ ਵਾਰ ਅੰਦਰ ਭਰਮ ਹੋਣ ਕਰਕੇ ਨਾ, ਭਰਮ ਦਾ ਪਰਦਾ ਹੋਣ ਕਰਕੇ ਆਤਮਾ ਤੇ ਪ੍ਰਮਾਤਮਾ ਦਾ ਵਿਛੋੜਾ ਪਿਆ ਰਹਿੰਦਾ, ਰਹਿੰਦੇ ਇਕੱਠੇ ਹੀ ਨਹੀਂ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬੰਦਾ ਭਵਜਲ ਦੇ ਅੰਦਰ ਗੋਤੇ ਖਾਂਦਾ ਹੈ, ਇੱਥੇ ਆਤਮਾ ਉਹਦੀ ਅਮਰ ਹੈ। ਇਸ ਕਰਕੇ ਉਹ ਆਤਮਾ ਕਿਸੇ ਸੱਪ 'ਚ ਪੈ ਜਾਂਦੀ ਹੈ, ਉਸ ਜੂਨ ਤੋਂ ਫਿਰ ਕਿਸੇ ਕਾਂ 'ਚ, ਕਿਸੇ ਗਧੇ 'ਚ, ਬੰਦੇ 'ਚ, ਕਿੰਨੀਆਂ ਜੂਨਾਂ ਹੈ, ਗਿਣਤੀ ਕੋਈ ਨਹੀਂ। ਬੰਦਾ ਜੂਨੀਆਂ 'ਚ ਪਾਉਂਦਾ, ਇਸ ਭਵਜਲ ਦੇ ਅੰਦਰ ਡੁੱਬਦਾ ਹੈ। ਪਰ ਜੇ ਕਿਤੇ ਗੁਰੂ ਦਾ ਪੱਲਾ ਫੜ ਲਈਏ, ਪਰ ਯਾਦ ਰੱਖਿਓ ਜੇ ਕਿਸੇ ਹੋਰ ਜੂਨੀ 'ਚ ਆ ਕੇ ਗੁਰੂ ਦੀ ਸੰਗਤ ਨਹੀਂ ਕੀਤੀ ਜਾਣੀ। ਕੇਵਲ ਇੱਕ ਮਨੁੱਖਾ ਜਨਮ ਹੈ। ਕਹਿੰਦੇ ਹੁੰਦੇ ਨੇ ਕਿ ਜਦੋਂ ਬੰਦਾ ਕੋਈ ਪੌੜੀ ਚੜ੍ਹਦਾ ਹੈ ਨਾ, ਮੰਜ਼ਿਲ ਤੇ ਪਹੁੰਚਣਾ ਹੈ, ਕਿਸੇ ਛੱਤ ਤੇ ਪਹੁੰਚਣਾ ਹੈ, ਤੇ ਸੀੜੀਆਂ ਚੜ੍ਹਦਾ ਹੈ। ਚੜ੍ਹਦਾ ਚੜ੍ਹਦਾ ਕਈ ਡੰਡਿਆਂ ਤੇ ਪੈਰ ਰੱਖਦਾ ਹੈ, 1 2 3 4, ਚੜ੍ਹਦਾ ਚੜ੍ਹਦਾ ਅਖੀਰਲੇ ਡੰਡੇ ਤੇ ਚਲਿਆ ਜਾਂਦਾ। ਉਸ ਅਖੀਰਲੇ ਡੰਡੇ ਤੋਂ ਅੱਗੇ ਹੋਰ ਡੰਡਾ ਹੈ ਨਹੀਂ, ਅਖੀਰਲੇ ਡੰਡੇ ਤੋਂ ਅੱਗੇ ਮੰਜ਼ਿਲ ਜਿੱਥੇ ਪਹੁੰਚਣਾ ਹੈ, ਛੱਤ ਹੈ। ਤੇ ਜੇ ਤਾਂ ਬੰਦਾ ਅਖੀਰਲੇ ਡੰਡੇ ਤੋਂ ਬੜਾ ਸੁਚੇਤ ਹੋ ਕੇ ਧਿਆਨ ਨਾਲ ਛੱਤ ਤੇ ਪੈਰ ਰੱਖ ਗਿਆ ਤਾਂ ਠੀਕ ਹੈ, ਤੇ ਜੇ ਕਿਤੇ ਉੱਥੋਂ ਅਖੀਰਲੇ ਡੰਡੇ ਤੋਂ ਡਿੱਗ ਪਿਆ, ਦੁਬਾਰਾ ਫਿਰ ਸਾਰੀ ਪੌੜੀ ਦੁਬਾਰਾ ਚੜ੍ਹਨੀ ਪੈਣੀ ਹੈ। ਇਹ ਕਹਿਲਾ ਬੰਦਿਆ ਕਿ ਤੂੰ ਇਹ ਜੂਨੀਆਂ ਇੱਕ ਪੌੜੀ ਹੈ ਪ੍ਰਮਾਤਮਾ ਤੱਕ ਪਹੁੰਚਣ ਦੀ। ਪਹਿਲਾਂ ਹੋਰ ਜੂਨ 'ਚ, ਫਿਰ ਹੋਰ ਜੂਨ 'ਚ ਰੱਬ ਤੱਕ ਪਹੁੰਚਣਾ ਹੈ। ਤੇ ਇਹਨਾਂ ਜੂਨੀਆਂ ਸਾਰੀਆਂ ਵਿੱਚ ਦੀ ਲੰਘ ਕੇ ਆ ਮਨੁੱਖਾ ਜਨਮ ਹੈ ਜਿਹੜਾ, ਇਹ ਪੌੜੀ ਦਾ ਅਖੀਰਲਾ ਡੰਡਾ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਰੱਬ ਨੂੰ ਮਿਲਣ ਦੀ ਹੁਣ ਤੇਰੀ ਵਾਰੀ ਹੈ। ਪਰ ਜੇ ਕਿਤੇ ਇੱਥੋਂ ਗਿਰ ਗਿਆ ਨਾ, ਇੱਥੇ ਫਿਰ ਕਰੋੜਾਂ ਸਾਲ ਲੱਗਦੇ ਨੇ। ਬਾਅਦ ਇੱਥੋਂ ਗਿਰ ਗਿਆ ਤਾਂ ਕਰੋੜਾਂ ਸਾਲ ਲੱਗਣੇ ਨੇ ਤੈਨੂੰ ਦੁਆਰਾ ਮਨੁੱਖਾ ਜਨਮ ਦੀ ਪ੍ਰਾਪਤੀ ਵਾਸਤੇ। ਮਨੁੱਖਾ ਜਨਮ ਤੋਂ ਬਿਨਾਂ ਰੱਬ ਨਾਲ ਨਹੀਂ ਜੁੜਿਆ ਜਾਣਾ। ਫਿਰ ਤਾਂ ਪਸ਼ੂ ਬਣ ਜਾਏਗਾ, ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਗਾ ਪਰ ਹੈ ਅਬ ਤੱਕ ਮੂੰਡ ਲੁਕਈ ਹੈ। ਫਿਰ ਤਾਂ ਪਸ਼ੂ ਬਣ ਜਾਏਗਾ, ਉੱਠਦੇ ਬੁੰਝਦੇ ਡੰਡਾ ਵੱਜ ਜਿਆ ਕਰੂਗਾ, ਪਰ ਰੱਬ ਦੀ ਬੰਦਗੀ ਨਹੀਂ ਹੋਣੀ, ਰੱਬ ਦੇ ਗੁਣ ਨਹੀਂ ਗਾਏ ਜਾਣੇ। ਜਿੰਨਾ ਚਿਰ ਮਾਲਕ ਦੇ ਗੁਣ ਨਹੀਂ ਗਾਏ ਜਾਂਦੇ, ਉਹਨਾਂ ਚਿਰ ਮਾਲਕ ਦੇ ਚਰਨਾਂ 'ਚ ਲੀਨ ਨਹੀਂ ਹੋਇਆ ਜਾਂਦਾ। ਇਹ ਤਾਂ ਬੰਦੇ ਇੱਕ ਤੈਨੂੰ ਹੀ ਪ੍ਰਮਾਤਮਾ ਨੇ ਦਿਮਾਗ ਦਿੱਤਾ, ਤੈਨੂੰ ਸਮਝ ਦਿੱਤੀ ਹੈ, ਤੂੰ ਬਾਣੀ ਪੜ੍ਹ ਸਕਦਾ ਹੈ, ਬਾਣੀ ਸੁਣ ਸਕਦਾ ਹੈ, ਗੁਰੂ ਦੀ ਬਾਣੀ ਦਾ ਗਿਆਨ ਲੈ ਕੇ ਸੋਹਣਾ ਜੀਵਨ ਬਣਾ ਸਕਦਾ ਹੈ। ਸੋਹਣਾ ਜੀਵਨ ਬਣਾ ਕੇ ਮਾਲਕ ਦੇ ਚਰਨਾਂ 'ਚ ਲੀਨ ਹੋਇਆ ਜਾਂਦਾ ਹੈ। ਕੇਵਲ ਬਾਣੀ ਪੜ੍ਹ ਸੁਣ ਕੇ ਵੀ ਮਾਲਕ ਦੇ ਚਰਨਾਂ 'ਚ ਲੀਨ ਨਹੀਂ ਹੋਇਆ ਜਾਂਦਾ। ਭਗਤ ਕਬੀਰ ਜੀ ਕਹਿੰਦੇ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਪ੍ਰਮਾਤਮਾ ਨੂੰ ਨੇੜੇ ਹੀ ਨਾ ਜਾਣਿਆ, ਉਸ ਮਾਲਕ ਦਾ ਭੈ ਹੀ ਨਾ ਮੰਨਿਆ, ਉਹਦੇ ਨਾਲ ਪ੍ਰੀਤ ਹੀ ਨਾ ਪਈ, ਫਿਰ ਪੜ੍ਹਨ ਤੇ ਸੁਣਨ ਦਾ ਲਾਭ ਕੀ ਹੈ ਜੇ ਜੀਵਨ ਹੀ ਸੋਹਣਾ ਨਾ ਬਣਿਆ। ਗੁਰੂ ਦੇ ਗਿਆਨ ਨੂੰ ਆਪਣੇ ਅਮਲੀ ਜੀਵਨ ਵਿੱਚ ਲਾਗੂ ਹੀ ਨਾ ਕਰਿਆ ਤਾਂ ਫਿਰ ਕੀ ਲਾਭ ਹੈ ਪੜ੍ਹਨ ਸੁਣਨ ਦਾ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ। ਮਹਾਰਾਜ ਕਹਿੰਦੇ ਉਸ ਪ੍ਰਮਾਤਮਾ 'ਚ ਧਿਆਨ ਜੋੜ, ਗੁਰੂ ਦੀ ਬਾਣੀ 'ਚ ਧਿਆਨ ਜੋੜ। ਗੁਰ ਕੇ ਚਰਨ ਕਮਲ ਮਨ
ध्याए। हे मेरे मना गुरु दे सोहने चरण कमल पाव, गुरु दी बाणी दा जिहड़ा ज्ञान है ना उहदे च ध्यान जोड़, ज्ञान नूं अपने अंदर वसा, ज्ञान नूं अपने अंदर धारण कर, जिहदे करके दुख दर्द इस तन ते जाए। भवजल डूबत, बंदा संसार दे अंदर डुबदा है, गोते खांदा है, निकलिया नहीं जाता, पर कढ़न वाला भी कोई नहीं, पर एक है गए। कहते भवजल डूबत सतगुर कढ़ है। विकारां च डुबे होए नूं, विकार भी बहुत वड्डा एक समुंदर है, जिहड़ा बंदा विकारां दी दलदल विच खुब गया, निकलना औखा हुंदा है, निकलिया नहीं जाता। पर गुरु किरपा करे, मेरा पातशाह विकारां च डिगे होए मनुख नूं भी कढ लैंदा है। भवजल दे अंदर, संसार दे अंदर जिहड़ा जूनिया च गोते खांदा है, मेरा मालिक ओनू भी किरपा करके, सतगुरु पातशाह किरपा करके ओनू भी मालिक दे चरनां नाल जोड़ दिंदे ने। गुरु तो बिना भवजल विच डुबदे नूं बचाउण वाला दूजा कोई नहीं। भवजल डूबत सतगुर कढ है। जन्म जन्म का टूटा गंढ, जिहड़ा बंदा जन्मां जन्मां तो अनेकां जोनियां कह लीए, जां इसे मनुखा जन्म च कई जोनियां बंदा रोज धारण करदा है, जिहो जिहा काम करदा उहो जी जोन हुंदी है। कई जन्मां च बंदा परमात्मा नालों टुटिया होया, विछड़िया होया, पर गुरु पातशाह ऐसी किरपा करदे ने, टुटे हुए मनुख नूं जिहड़ा परमात्मा नालों टुट गया, सच नालों टुट गया, ओनू भी पातशाह परमात्मा नाल गंढ दिंदे ने, रब नाल जोड़ दिंदे ने। जन्म जन्म का टूटा, जिहड़ा जन्मां जन्मां दा रब नालों विछड़िया होया सी, सतगुरु पातशाह जी कोई बाणी पढ़ लवे, गुरु दा पल्ला फड़ लवे, गुरु दी संगत करे, गुरु दे ज्ञान नूं अपने हिरदे च जिहड़ा वसा लवे, गुरु उहदे ते किरपा करके उहनूं परमात्मा नाल जोड़ दिंदा। जिन्ने मर्जी लम्मे समय तो पहला उह टुटिया होवे, उहनूं भी जोड़ दिंदा। जन्म जन्म का टूटा गंढ है, गुर की सेवा करो दिन रात। इस करके दिन रात गुरु की दसी हुई सेवा कर। हे मेरे मना, दिन रात गुरु की दसी हुई सेवा कर। जिहड़ा काम गुरु जी कहंदे ने वो कर, जिथों गुरु जी वरजदे ने, रोकदे ने, वो ना करी। पर साडा सुभाव यह है गुरमुखो, असीं गुरु नूं नतमस्तक हुंदे आ, गुरु नूं नमस्कार करदे आ, पर असीं गुरु की गल एक नहीं मनदे। गुरु नूं मनदे आ, गल वखरी है, गुरु की गल एक नहीं मननी हुंदी। इसदा महाराज कहंदे दिन रात गुरु की दसी सेवा करी। असीं गुरु की दसी सेवा नहीं, असीं तां मन की दसी हुई सेवा करदे आ। जिहड़ा काम मन कहंदा ओह करना है, जिहड़ा गुरु कहंदा ओह नहीं करना। गुरु नूं मनना तां इन्ना क काम सी भी सवेरे गुरुद्वारे गए सी, मत्था टेक लिया, बस गुरु ने साडे ते खुश हो जाना। पर नहीं भलियो, जिन्ना चिर गुरु दे शब्द नूं सुन के पढ़ के अपने अंदर वसाउंदे नहीं ना गुरु दे ज्ञान नूं, उन्ना चिर नहीं। इस तां महाराज कहंदे गाविया सुनिया तिन का हर थाए पावै, जिन सतगुर की आज्ञा सत सत कर मन। जिन्हें गुरु के वचन नूं मान लिया सत करके, जिन्हें सुन के मान लिया सुनत कमावत होत उधार। भला उसे दा हुंदा जिहड़ा सुन के मन लवे। इस तां कल्ले मथे दी गल नहीं गुरमुख, हाँ मत्था टेकना चाहिए, वार वार टेको। गुरु है साडा, नमस्कारा करो, एक बारी करो, 100 बार करो, पर जिथे नमस्कार कीती उत्थे गुरु दे कोल बह के गुरु की गल सुननी भी चाहिए है कि जेड़े गुरु नूं नमस्कार करके आए हैं, जेड़े गुरु नूं मत्था टेके आए, वो गुरु मैनूं कहंदा की है, गल भी सुननी चाहिए है ना। इस करके गुरु अर्जन देव महाराज किरपा करदे ने, कहंदे गुर की सेवा करो दिन रात गुरु की दसी सेवा कर। मेरिया मना, जिहदे करके सुख सहज मन आवे शांत। हे मेरिया मना,
आत्मक अडोलता का जिहड़ा सुख है वो मिलूगा गुरु की दसी सेवा करके। सूख सहज आत्मक अडोलता का सुख जिहड़ा है वो मिल जाना। मन आवे शांत, मन ने टिक जाना। जिहड़ा मन गुरु के शब्द नूं सुन लिया, मन लिया जिस मन ने, वो मन नूं शांति मिलती है। तो बंदा शांति लभदा तां भज्या फिरदा है भी किते टका मिल जे, ਇਹਦੇ ਅੰਦਰੋਂ ਭਟਕਣਾ ਹੀ ਖਤਮ नहीं ਹੁੰਦੀ। इस भटकना करके ही तो बंदा दुखी है। जिस बंदे नूं शांति मिल गई आनंद आ जाना है। जिन्हों आनंद आ गया ਉਹਦੇ अंदरों दुख दर्द खत्म हो जाने। दुखी बंदा अज भटकना करके आ, पर जिहदे मन गुरु की बाणी नाल जुड़ गया ना, उस दिन अंदर शांति आ जाएगी, टिका आ जाएगा। आत्मक अडोलता का सुख प्राप्त हो जाना। सूख सहज मन आवे शांत, सतगुर की रेन वड भागी पाल। हुण रेन का अर्थ हुंदा मिट्टी, सतगुरु के चरणों की मिट्टी। कोई वड्डा वड्डियां भागां वाला ही प्राप्त करता है। इहदा हुण इह सीधा जिहा अर्थ थोड़ी है भी गुरु के चरणों की मिट्टी किसी वड्डे भागां वाले नूं प्राप्त हुंदी है। चरणों की मिट्टी तो सौखी प्राप्त हो जाती है, जिहड़ी मिट्टी असीं समझते हैं। पर गुरु की संगत करके, गुरु के कोल बैठ के, गुरु का शब्द सुन के, गुरु का ज्ञान सुन के उन्होंने जिंदगी च लागू करना, ये किसी वड्डियां भागां वालियां दे हिस्से आउंदा है। देखियो किते गुरमुख किते अखाड़ा लग्या होवे, बड़ियां दे हिस्से आउंदा, बड़ियां नूं प्राप्त हो जाता। बहुत लोग अखाड़े सुन जाते हैं, पर गुरु का ज्ञान सुन विरले ही जाते हैं। जिथे किते गुरबाणी की कथा होवे कोई विरला ही बहिंदा है, वड्डियां भागां वाला कोई बहिंदा है। यही गुरु के चरणों की धूड़ है, गुरु का ज्ञान ये कोई विरला ही लैंदा है। ये सारियां दे रास नहीं आउंदी चरणों की धूड़, गुरु का ज्ञान। किते अखाड़ा लगे होवे, किसी सिंगर ने आउणा होवे ना, सारे पिंड च पहलां गल्लां चलदियां, भाई भी किन्ने क बजे आउणा है। असीं पुछदे आ ना भी फलाने सिंगर ने लगना किन्ने बजे आ, किन्ने बजे आउणा है, असीं पुछदे आ। ते पहलां ही जाके थां मल लैंदे आ भी मूहरे जगह मिले, पहलां जाके भी पहली कुर्सी ते बैठांगे। जे किते गुरबाणी की कथा होवे जां किते भोग पैंदा होवे, गुरबाणी चलदी होवे, फिर आपां की पुछदे आ कि यार फलानियां दे भोग ते जाना है, समाप्ति किन्ने क बजे होनी है। अखाड़ा लग्या होवे, पुछदे आ लगना किन्ने बजे आ, शुरू किन्ने बजे होना है, पहला जाके बहिने आ। जे इत्थे गुरबाणी की गल हुंदी होवे उत्थे पुछदे भोग पैना किन्ने बजे, समाप्ति किन्ने बजे होनी है। भी जदों भाई जी आनंद साहिब पढ़नगे उदों चलांगे, भी बस अरदास शामिल हो जाएंगे, मगरों चलांगे। ते फिर आण के मगर वेखना भी मगर जगह हैगी है। जे किते अखाड़ा लग्या होवे पहली कुर्सी तो बैठना शुरू करदे आ, मगर नूं बैठी जांदे आ। ते इह मेरा एक प्रैक्टिकल आ, मैं वेंदा हुंदा ते जे किते गुरु के दरबार से बैठना होवे, जिहड़ा सारिआं नालों पहला आउंदा वो सारिआं नालों पिछे बहिंदा। हर बंदा जिहड़ा मगरों आउंदा होवेगा भी पिछे तां हुण थां है नहीं, हुण मूहरे बैठना पैना, वो पिछों बैठना शुरू करदा मूहर नूं। धर्म के काम च असीं पिछे नूं जाने आ, ते जे किते लचरता होवे फिर अगे नूं, फिर मूहरों बैठना शुरू करदे आ भी नेड़े जे बैठीए। ते गुरबाणी का ज्ञान होवे फिर पिछों बैठना शुरू करना। किते भी ये गल मैं बोली है, तुसीं किते नोट करियो जी, किते जाओ ना किते दीवान ते, किते भोग ते, किसे दे जिथे गुरबाणी पढ़ी जाती होवे उत्थे जाके ये गल नोट करके देखियो भी अगे थां खाली पई होगी, बैठना पिछों शुरू करना। पहला तो कोई ना कोई आसरा पा दे। कोई बजुर्ग बंदा गल वखरी है भी उन्हें कंध ना ढो लाया, इत्थे मेरे वर्गा जवान नौजवान भी भालदा भी किते कंध ना ढो जी लाउण नूं थां मिल जे। गुरमुख किते चौंकड़ा ला के गुरु के दरबार च सिद्धे ढोई चों वाल कढ के बैठिए, गुरु की गल सुनिए। प्रभ की उस्तत करो संत मीत, सावधान एकाग्र चीत। सावधान का अर्थ की हुंदा है भी सुचेत होके बैठना।
ਢੋਈ ਚੋਂ ਵਾਲ ਕੱਢ ਕੇ ਬੈਠਣਾ, ਚੌਂਕੜਾ ਲਾ ਕੇ ਬੈਠਣਾ, ਸਿੱਧੇ ਹੋ ਕੇ, ਆਲਸੀਆ ਪਾ ਕੇ ਨਹੀਂ ਬੈਠਣਾ, ਰਹੋ ਵਿਚਾਰ। ਗੱਲ ਕਰਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਸਤਿਗੁਰੂ ਦੀ ਸੰਗਤ ਜਿਹੜੀ ਹੈ ਨਾ, ਇਹ ਕਿਸੇ ਵੱਡਿਆਂ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ, ਹਰ ਕਿਸੇ ਨੂੰ ਨਹੀਂ। ਮੱਥਾ ਟੇਕਣ ਵਾਲੇ ਗੁਰੂ ਦੇ ਦਰ ਤੇ ਆਉਣ ਵਾਲੇ ਬਹੁਤ ਹੋਣਗੇ, ਪਰ ਉਹਨਾਂ ਚੋਂ ਜਿਹੜਾ ਬਹਿ ਕੇ ਗੁਰੂ ਦੀ ਗੱਲ ਸੁਣਨ ਵਾਲਾ ਕੋਈ ਹੋਏਗਾ, ਵਿਰਲਾ ਹੀ। ਸਤਿਗੁਰ ਕੀ ਰੇਣ ਵੱਡ ਭਾਗੀ ਪਾਵੈ, ਨਾਨਕ ਗੁਰ ਕਉ ਸਦ ਬਲ ਜਾਵੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਮੈਂ ਗੁਰੂ ਤੋਂ, ਜਿਹੜਾ ਗੁਰੂ ਪਰਮਾਤਮਾ ਦਾ ਰੂਪ ਹੈ, ਜਿਹੜਾ ਗੁਰੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ, ਪਹਿਲੀ ਤੁਕ ਚ ਪੜਿਆ ਸੀ, ਜਿਹੜਾ ਗੁਰੂ ਪਰਮਾਤਮਾ ਦਾ ਰੂਪ ਹੈ, ਜਿਹੜਾ ਗੁਰੂ ਸਭ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ, ਜਿਹੜਾ ਗੁਰੂ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਦਿੰਦਾ ਹੈ, ਐਸੇ ਗੁਰੂ ਤੋਂ ਮੈਂ ਸਦਾ ਹੀ ਬਲਿਹਾਰ ਜਾਂਦਾ ਹਾਂ। ਨਾਨਕ ਗੁਰ ਕਉ ਸਦ ਬਲ ਜਾਵੇ। ਮਹਾਰਾਜ ਕਹਿੰਦੇ ਮੈਂ ਸਦਾ ਹੀ ਗੁਰੂ ਤੋਂ ਬਲਿਹਾਰ ਜਾਣਾ। ਇਸ ਕਰਕੇ ਅਸੀਂ ਵੀ ਗੁਰੂ ਤੋਂ ਵਾਰੇ ਵਾਰੇ ਜਾਈਏ, ਜਿਹੜਾ ਗੁਰੂ ਸਾਨੂੰ ਗਿਆਨ ਬਖਸ਼ਦਾ ਹੈ, ਜਿਹੜਾ ਗੁਰੂ ਸਾਨੂੰ ਪ੍ਰਮਾਤਮਾ ਨਾਲ ਜੋੜਦਾ ਹੈ, ਜਿਹੜਾ ਗੁਰੂ ਸੋਹਣਾ ਜੀਵਨ ਜਿਉਣ ਦੀਆਂ ਜਾਚਾਂ ਦੱਸਦਾ ਹੈ, ਗੁਰੂ ਤੋਂ ਵਾਰੇ ਵਾਰੇ ਜਾਈਏ, ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੀ ਮੇਲੇ। ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਨਾਲ ਗੁਰਮੁਖ ਵਿਚਾਰਾਂ ਕਰਦੇ ਹਾਂ। ਦਾਸ ਤੋਂ ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ।